Hello friends and viewers, my name is Gurpreet Kaur. I am your IELTS trainer. How are you? I think you are good and I am also fine. In today's video, we are going to talk regarding how to sequence information in body paragraphs. ਜਿਵੇਂ ਕਿ ਪ੍ਰੋਸੈਸ ਆਪਾਂ ਕੀਤੀ ਸੀਗੀ ਕੱਲ ਪ੍ਰੋਸੈਸ ਦਾ ਆਪਾਂ ਓਵਰਆਲ ਕਿਵੇਂ ਲਿਖਦਾ ਤੇ ਇੰਟਰੋਡਕਸ਼ਨ ਕਿਵੇਂ ਲਿਖਦੀ ਹੈ ਤੇ ਅੱਜ ਮੈਂ ਤੁਹਾਨੂੰ ਦੱਸਾਂਗੀ ਕਿ ਸੀਕੁਐਂਸ ਕਿਵੇਂ ਕਰਦੇ ਆ ਇਨਫੋਰਮੇਸ਼ਨ ਨੂੰ। ਕੱਲ ਵਾਲੀ ਵੀਡੀਓ ਦੇ ਵਿੱਚ ਨੈਕਸਟ ਜਿਹੜੀ ਵੀਡੀਓ ਹੋਗੀ ਉਹਦੇ 'ਚ ਮੈਂ ਤੁਹਾਨੂੰ ਇਹ ਦੱਸੂਗੀ ਕਿ ਆਪਾਂ ਕਿਵੇਂ ਲਿਖਦੇ ਹਾਂ ਹੋਲ ਪ੍ਰੋਸੈਸ ਦੇ ਬੋਡੀ ਪੈਰਾਗ੍ਰਾਫਸ ਨੂੰ ਆਪਾਂ ਕਿਵੇਂ ਲਿਖਦੇ। ਜਸਟ ਇਹ ਕਿ ਸੀਕੁਐਂਸ ਦੇ ਵਿੱਚ ਮੈਂ ਤੁਹਾਨੂੰ ਦੱਸਣਾ ਸੀ ਕਿ ਪਹਿਲਾਂ ਆਪਾਂ ਇਹ ਕਰ ਲਈਏ, ਫਿਰ ਉਸ ਤੋਂ ਬਾਅਦ ਆਪਾਂ ਉਸ 'ਤੇ ਜੰਪ ਕਰਾਂਗੇ ਤਾਂ ਕਿ ਕੀ ਤੁਹਾਨੂੰ ਇਹ ਚੰਗੇ ਤਰੀਕੇ ਨਾਲ ਸਮਝ ਆ ਜਾਏ ਕਿ ਆਪਾਂ ਇਹ ਵਾਲੇ ਵਰਡਸ ਕਿਉਂ ਯੂਜ਼ ਕੀਤੇ ਆ ਵਿੱਚ। ਤੇ ਵੀਡੀਓ ਸਟਾਰਟ ਕਰਦੇ ਹਾਂ। ਸੀਕੁਐਂਸਿੰਗ ਦੇ ਲਈ ਮੈਂ ਕੀ ਆ 20 ਵਰਡਸ ਨੂੰ ਰਾਈਟ ਡਾਊਨ ਕੀਤਾ ਹੈ ਜਿਹੜੇ ਕਿ ਮੈਂ ਤੁਹਾਨੂੰ ਦੱਸੂਗੀ ਵੀ ਕਿਵੇਂ ਕਿਵੇਂ ਆਪਾਂ ਯੂਜ਼ ਕਰ ਸਕਦੇ ਹਾਂ ਵੀ ਫਸਟ ਆਫ ਆਲ, ਸੈਕੰਡਲੀ, ਥਰਡਲੀ ਇੱਦਾਂ ਕਰਕੇ ਆਪਾਂ ਕਿਹੜੇ ਕਿਹੜੇ ਵਰਡ ਯੂਜ਼ ਕਰ ਸਕਦੇ ਹਾਂ ਵੀ ਕਿਵੇਂ ਕਿਵੇਂ ਆਪਾਂ ਸੀਕੁਐਂਸ ਕਰ ਸਕਦੇ ਤਾਂ ਕਿ ਆਪਣੇ ਕਿ ਇਨਫੋਰਮੇਸ਼ਨ ਇੱਦਾਂ ਨਾ ਲੱਗੇ ਕਿ ਹਾਂ ਵੀ ਆਪਾਂ ਜਸਟ ਲਿਖੀ ਹੋਈ ਆ, ਕੋਈ ਸੀਕੁਐਂਸ ਨਹੀਂ ਬਣਦਾ, ਕੋਈ ਇਨਫੋਰਮੇਸ਼ਨ ਕਨੈਕਟ ਨਹੀਂ ਹੋਈ ਇੱਕ ਦੂਜੇ ਦੇ ਨਾਲ। ਤੇ ਵੀਡੀਓ ਸਟਾਰਟ ਕਰਦੇ ਹਾਂ, ਦੇਖਦੇ ਹਾਂ ਆਪਾਂ ਕਿਹੜੇ ਕਿਹੜੇ ਵਰਡਸ ਹੁੰਦੇ ਇਹਦੇ 'ਚ। ਸਭ ਤੋਂ ਪਹਿਲਾਂ ਹੁੰਦਾ ਫਸਟ ਆਫ ਆਲ। ਜਿਵੇਂ ਵੀ ਆਪਾਂ ਕੋਈ ਵੀ ਸਟਾਰਟ ਕਰਨੀ ਆ ਇੰਟਰੋਡਕਸ਼ਨ ਤੋਂ ਬਾਅਦ ਆਪਾਂ ਨੇ ਫਸਟ ਬੋਡੀ ਪੈਰਾਗ੍ਰਾਫ ਸਟਾਰਟ ਕਰਨਾ ਪ੍ਰੋਸੈਸ ਦਾ ਜਾਂ ਫਿਰ ਕਿਸੇ ਵੀ ਦਾ, ਉਹਦੇ ਵਿੱਚ ਆਪਾਂ ਫਸਟ ਆਫ ਆਲ ਲਿਖਦੇ ਹਾਂ। ਫਸਟ ਆਫ ਆਲ ਵੀ ਇਹ ਹੁੰਦਾ ਹੈ, ਜਿਵੇਂ ਕਹਿ ਦੇਵਾਂ ਕਿ ਉਧਰ ਆਪਾਂ ਫਿਸ਼ ਵਾਲੀ ਕੀਤੀ ਸੀਗੀ, ਜਿਵੇਂ ਇਹ ਵਾਲੀ ਪ੍ਰੋਸੈਸ ਸੀ ਆਪਣੇ ਕੋਲ ਫਿਸ਼ ਵਾਲੀ। ਫਸਟ ਆਫ ਆਲ ਕੀ ਹੁੰਦਾ ਹੈ, ਸੈਲਮਨ ਫਿਸ਼ ਕੀ ਆ ਐਗਜ਼ ਜਿਹੜੀ ਲੇ ਕਰਦੀ ਆ ਇਨ ਦਾ ਸਮਾਲ ਸਟੋਨਸ। ਠੀਕ ਹੈ, ਸਮਾਲ ਸਟੋਨਸ ਦੇ ਵਿੱਚ ਕੀ ਆ ਸੈਲਮਨ ਆਪਣੇ ਐਗਜ਼ ਨੂੰ ਲੇ ਕਰਦੀ ਆ। ਫਸਟ ਆਫ ਆਲ ਸੈਲਮਨ ਲੇ ਇਟਸ ਐਗ ਇਨ ਦਾ ਸਮਾਲ ਸਟੋਨ। ਫਿਰ ਉਸ ਤੋਂ ਬਾਅਦ ਫਸਟ ਆਫ ਆਲ ਦੀ ਜਗ੍ਹਾ ਤੇ ਆਪਾਂ ਇਹ ਵੀ ਲਿਖ ਸਕਦੇ ਹਾਂ ਐਟ ਦਾ ਇਨੀਸ਼ੀਅਲ ਪੁਆਇੰਟ, ਐਟ ਦਾ ਇਨੀਸ਼ੀਅਲ ਪੁਆਇੰਟ ਔਰ ਇਨ ਦਾ ਇਨੀਸ਼ੀਅਲ ਪੁਆਇੰਟ ਦਿਸ ਪ੍ਰੋਸੈਸ ਸਟਾਰਟਸ ਫਰੋਮ ਦਿਸ। ਠੀਕ ਹੈ, ਜਾਂ ਫਿਰ ਆਪਾਂ ਇਹ ਵੀ ਲਿਖ ਸਕਦੇ ਹਾਂ ਇਨ ਦਾ ਫਸਟ ਸਟੇਜ। ਜੇ ਆਪਣੇ ਕੋਲ ਸਟੇਜਿਸ ਦਿੱਤੀਆਂ ਹੋਈਆਂ ਜਿਵੇਂ ਕਿ ਪ੍ਰੋਸੈਸਿਸ ਕਈ ਹੁੰਦੀਆਂ ਉਹ 'ਚ ਸਟੇਜਿਸ ਦਿੱਤੀਆਂ ਹੋਈਆਂ, ਜਿਵੇਂ ਇਹਦੇ 'ਚ ਵੀ ਫੇਜ਼ਸ ਦਿੱਤੇ ਹੋਏ ਸੀ ਇਹਨਾਂ ਨੇ, ਉਹਦੇ ਵਿੱਚ ਆਪਾਂ ਸਟੇਜਿਸ ਦੀ ਗੱਲ ਕਰ ਸਕਦੇ। ਫਸਟ ਸਟੇਜ 'ਤੇ ਇਹ ਹੁੰਦਾ, ਫਿਰ ਕੀ ਆ ਉਸ ਤੋਂ ਬਾਅਦ ਇਹ ਹੁੰਦਾ ਦੈਨ ਜੋ ਵੀ ਆਪਾਂ ਨੇ ਲਿਖਣਾ ਹੈ। ਠੀਕ ਹੈ, ਫਿਰ ਉਸ ਤੋਂ ਬਾਅਦ ਕੀ ਸੈਕਿੰਡ ਦੇ ਜਿਵੇਂ ਆਪਾਂ ਅੱਗੇ ਲਿਖ ਸਕਦੇ ਹਾਂ ਇਨ ਦਾ ਸੈਕਿੰਡ ਸਟੇਜ। ਫਸਟ ਸਟੇਜ ਲਿਖੀ ਸੀ ਆਪਾਂ ਨੇ, ਉਸ ਤੋਂ ਬਾਅਦ ਆਪਾਂ ਲਿਖ ਸਕਦੇ ਇਨ ਦਾ ਸੈਕਿੰਡ ਸਟੇਜ ਦਿਸ ਹੈਪਨਸ। ਠੀਕ ਹੈ, ਇਨ ਦਾ ਸੈਕਿੰਡ ਸਟੇਜ ਫਿਸ਼ ਗੋਜ਼ ਟੂ ਦ ਰਿਵਰ ਫਰੋਮ ਦਾ ਐਸਟਰੀ। ਠੀਕ ਹੈ, ਰਿਵਰ ਦੇ ਵਿੱਚ ਚਲੀ ਜਾਂਦੀ ਹੈ ਐਸਟਰੀ ਤੋਂ ਬਾਅਦ ਰਿਵਰ ਦੇ ਵਿੱਚ ਚਲੀ ਜਾਂਦੀ ਹੈ। ਫਿਰ ਉਸ ਤੋਂ ਬਾਅਦ ਇਨ ਦਾ ਮਿਡਲ, ਮਤਲਬ ਜੇ ਵਿਚਕਾਰ ਵਾਲੀ ਕੋਈ ਸਟੇਜ ਲਿਖਣੀ ਆਪਾਂ ਨੇ ਉੱਥੇ ਆਪਾਂ ਮਿਡਲ ਕਹਿ ਸਕਦੇ ਹਾਂ ਵੀ ਜਦੋਂ ਖਤਮ ਹੁੰਦੀ ਆ ਇੱਕ ਪੈਰਾਗ੍ਰਾਫ ਖਤਮ ਹੋ ਗਿਆ ਦੂਜਾ ਪੈਰਾਗ੍ਰਾਫ ਸਟਾਰਟ ਕਰਦੇ ਹਾਂ ਉਹਦੇ ਵਿੱਚ ਆਪਾਂ ਇਹ ਚੀਜ਼ ਲਿਖ ਸਕਦੇ ਹੁੰਦੇ ਇਨ ਦਾ ਮਿਡਲ ਦਿਸ ਪ੍ਰੋਸੈਸ ਗੋਜ਼ ਥਰੂ ਦਿਸ ਸਟੇਜ। ਐਟ ਦੀ ਐਂਡ ਮਤਲਬ ਸਭ ਤੋਂ ਆਖਿਰ 'ਤੇ ਆਪਾਂ ਕਿਵੇਂ ਲਿਖਣਾ ਉਹਦੇ ਲਈ ਆਪਾਂ ਐਟ ਦੀ ਐਂਡ ਯੂਜ਼ ਕਰ ਸਕਦੇ ਹਾਂ, ਇਨ ਦਾ ਲਾਸਟ ਸਟੇਜ ਯੂਜ਼ ਕਰ ਸਕਦੇ। ਜਿਵੇਂ ਆਪਾਂ ਕਹਿ ਦਈਏ ਐਟ ਦੀ ਐਂਡ ਦ ਫਿਸ਼ ਬਿਕਮਜ਼ ਅਡਲਟ ਐਂਡ ਗੋ ਟੂ ਦ ਰਿਵਰ ਅਗੇਨ। ਫਿਸ਼ ਕੀ ਅਡਲਟ ਹੋ ਜਾਂਦੀ ਹੈ ਅਤੇ ਰਿਵਰ 'ਤੇ ਫਿਰ ਤੋਂ ਵਾਪਸ ਚਲੀ ਜਾਂਦੀ, ਗੋਜ਼ ਟੂ ਦ ਰਿਵਰ ਅਗੇਨ। ਇਨ ਦ ਲਾਸਟ ਸਟੇਜ ਫਿਸ਼ ਬਿਕਮਜ਼ ਅਡਲਟ ਐਂਡ ਗੋਜ਼ ਟੂ ਦ ਰਿਵਰ ਅਗੇਨ। ਇਹਦੇ ਵਿੱਚ ਕੀ ਹੈ ਰਿਵਰ ਦੇ ਵਿੱਚ ਵਾਪਸ ਚਲੀ ਜਾਂਦੀ ਹੈ। ਇਸ ਤੋਂ ਬਿਨਾਂ ਵੀ ਆਪਣੇ ਕੋਲ ਹੋਰ ਕਈ ਵਰਡਸ ਹੁੰਦੇ ਆ ਜਿਵੇਂ ਕਿ ਇਨ ਦਾ ਇਨੀਸ਼ੀਅਲ ਪੁਆਇੰਟ ਹੈ, ਮੈਂ ਤੁਹਾਨੂੰ ਦੱਸ ਦਿੱਤਾ ਪਹਿਲਾਂ ਹੀ ਵੀ ਇਨੀਸ਼ੀਅਲ ਪੁਆਇੰਟ ਫਸਟ ਆਫ ਆਲ ਦੀ ਜਗ੍ਹਾ 'ਤੇ ਆਪਾਂ ਲਿਖ ਸਕਦੇ ਹਾਂ ਦੈਨ ਲਿਖ ਸਕਦੇ ਹਾਂ। ਦੈਨ ਵੀ ਆਪਾਂ ਫਸਟ ਆਫ ਆਲ ਫਿਸ਼ ਲੇ ਇਟਸ ਐਗ ਇਨ ਦ ਸਟੋਨਸ, ਆਫਟਰ ਦੈਟ ਔਰ ਦੈਨ it goes to the river or it goes to the ocean, it goes to the lake etc. जो भी अपन ने लिखना। फिर after that then तो बाद आप लिख सकते after that this process undergoes through this stage, this is जिमें आप कह दिए the fish learn how to swim, fish learns how to swim over after that fish learns how to swim। या फिर after this then तो बाद आप कह सकते हैं after this ए वाली स्टेज तो बाद ए वाली स्टेज आती है, आफ्टर दिस स्टेज द फिश लर्नस टू स्विम। फिर उस तो बाद फॉलोइंग दिस जिमें आप इतने मैं तुम्हें कहा ना मिडल ਦੇ ਵਿੱਚ ਆਪਾਂ ਲਿਖ ਸਕਦੇ इन द मिडल। ਜਿਵੇਂ ਆਪਾਂ ਦੂਜਾ ਪੈਰਾਗ੍ਰਾਫ ਸਟਾਰਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉੱਥੇ ਆਪਾਂ ਲਿਖ ਸਕਦੇ ਹਾਂ ਐਵੇਂ ਆਪਾਂ ਲਿਖ ਸਕਦੇ ਹਾਂ ਫੋਲੋਇੰਗ ਦਿਸ ਵੀ ਇਹ ਪ੍ਰੋਸੈਸ ਹੁੰਦੀ, ਉਸ ਤੋਂ ਬਾਅਦ ਇਹ ਵਾਲੀ ਪ੍ਰੋਸੈਸ ਹੁੰਦੀ ਆ। ਜਿਵੇਂ ਕਿ ਕਹਿ ਦਈਏ ਫੋਲੋਇੰਗ ਦਿਸ ਫਿਸ਼ ਬਿਕਮਜ਼ ਅਡਲਟ, ਫੋਲੋਇੰਗ ਦੈਟ मतलब ए वाले फेज ਨੂੰ ਹੀ कवर करके फॉलोइंग दैट फेज फिश बिकम अडल्ट एंड रेडी टू ले द एग्स अगेन।
ਸੈਕੰਡਲੀ ਜਿਵੇਂ ਆਪਾਂ ਫਸਟ ਲਿਖਿਆ ਸੀ, ਫਸਟ ਆਫ ਆਲ ਲਿਖਿਆ ਸੀ, ਆਪਾਂ ਉਸ ਤੋਂ ਬਾਅਦ ਸੈਕੰਡਲੀ ਵੀ ਲਿਖ ਸਕਦੇ ਸੀਗੇ। ਸੈਕੰਡਲੀ ਦਿਸ ਪ੍ਰੋਸੈਸ ਗੋਜ਼ ਥਰੂ ਦਿਸ ਸਟੇਜ। ਫਿਰ ਉਸ ਤੋਂ ਹੁੰਦਾ ਉਸ ਇਨ ਦ ਲਾਸਟ ਮਤਲਬ ਜਿਵੇਂ ਆਪਾਂ ਇੱਥੇ ਲਿਖਿਆ ਸੀ ਐਟ ਦ ਐਂਡ, ਇਹਦੇ ਵਿੱਚ ਲਿਖਿਆ ਸੀ ਆਪਾਂ ਨੇ ਐਟ ਦ ਐਂਡ, ਇੱਥੇ ਆਪਾਂ ਲਿਖ ਸਕਦੇ ਹਾਂ ਇਨ ਦ ਲਾਸਟ। ਜੇ ਆਪਾਂ ਫਸਟ ਆਫ ਆਲ ਸਟਾਰਟ ਕੀਤਾ ਫਿਰ ਆਪਾਂ ਇਨ ਲਾਸਟ ਲਿਖਾਂਗੇ। ਜੇ ਆਪਾਂ ਨੇ ਸਟੇजेस ਵਾਲਾ ਸਟਾਰਟ ਕੀਤਾ ਜਾਂ ਫਿਰ ਸਟੈਪਸ ਵਾਲਾ ਸਟਾਰਟ ਕੀਤਾ ਫਿਰ ਆਪਾਂ ਇਹੀ ਲਿਖਾਂਗੇ ਇਨ ਦ ਲਾਸਟ ਸਟੇਜ, ਇਨ ਦ ਲਾਸਟ ਸਟੈਪ, in the last fish becomes adult and goes to the river again for laying the eggs at the termination point। ਜਿਵੇਂ ਆਪਾਂ ਪਹਿਲਾਂ ਜੇ ਆਪਾਂ ਲਿਖਿਆ ਹੈ at the initial point ਫਿਰ ਆਪਾਂ ਲਿਖ ਸਕਦੇ ਹਾਂ at the termination point। termination point ਕੀ ਹੁੰਦਾ, ਜਿੱਥੇ ਕਿ ਪ੍ਰੋਸੈਸ ਨੇ ਖਤਮ ਹੋਣਾ ਹੈ ਉਹਨੂੰ ਆਪਾਂ termination point ਕਹਿੰਦੇ ਹਾਂ, ਉਹਨੂੰ ਆਪਾਂ termination point ਕਹਿੰਦੇ ਜਿੱਥੇ ਕਿ ਪ੍ਰੋਸੈਸ ਨੇ ਖਤਮ ਹੋ ਜਾਣਾ ਉੱਥੇ। ਫਿਰ ਉਸ ਤੋਂ ਬਾਅਦ ਲਿਖ ਸਕਦੇ ਹਾਂ ਜਿਵੇਂ ਕਿ ਫਸਟ ਆਫ ਆਲ ਲਿਖਿਆ ਸੀ ਉਹਦੇ ਜਗ੍ਹਾ 'ਤੇ ਆਪਾਂ ਇਹ ਵੀ ਲਿਖ ਸਕਦੇ ਉਹ ਵਾਲੇ ਪੈਰਾਗ੍ਰਾਫ ਨੂੰ ਹੀ ਖਤਮ ਕਰਨ ਦੇ ਲਈ ਲਾਸਟਲੀ ਦ ਫਿਸ਼ ਬਿਕਮਸ ਅਡਲਟ ਐਂਡ ਲੇ ਇਟਸ ਐਗ ਇਨ ਦ ਰਿਵਰ ਅਗੇਨ, ਜਾਂ ਫਿਰ ਇਨ ਲਾਸਟ ਆਪਾਂ ਇੱਥੇ ਵੀ ਲਿਖਿਆ ਸੀ ਇਨ ਦ ਲਾਸਟ, ਇੱਥੇ ਇਨ ਲਾਸਟ ਵੀ ਲਿਖ ਸਕਦੇ ਹਾਂ ਦੁਬਾਰਾ ਤੋਂ। ਇਨ ਲਾਸਟ ਪ੍ਰੋਸੈਸ ਗੋਜ਼ ਥਰੂ ਦਿਸ ਸਟੇਜ ਐਂਡ ਦਿਸ ਪ੍ਰੋਸੈਸ ਐਂਡਸ ਇਟ ਦਿਸ ਸਟੇਜ। ਠੀਕ ਹੈ, ਇਹ ਵਾਲੇ ਸਾਰੇ ਸੀਗੇ ਆਪਾਂ ਨੇ ਵੀ ਸੀਕੁਐਂਸ ਕਰਨ ਦੇ ਲਈ ਇਨਫੋਰਮੇਸ਼ਨ ਨੂੰ ਪੈਰਾਗ੍ਰਾਫ ਦੇ ਵਿੱਚ ਕਿਵੇਂ ਦਿਖਾਇਆ ਜਾ ਸਕਦਾ, ਕਿਵੇਂ ਲਿਖ ਸਕਦੇ ਹਾਂ, ਉਹਦੇ ਵਿੱਚ ਆਪਾਂ ਇਹ ਚੀਜ਼ਾਂ ਯੂਜ਼ ਕਰ ਸਕਦੇ ਸਿਰਫ ਪ੍ਰੋਸੈਸ ਦੇ ਵਿੱਚ ਇਹ ਵਾਲੀ ਸੀਕੁਐਂਸਿੰਗ ਕਰਦੇ ਆ। ਤੇ ਨੈਕਸਟ ਵਾਲੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸੂਗੀ ਪ੍ਰੋਸੈਸ ਆਪਾਂ ਲਿਖਦੇ ਕਿਵੇਂ ਆ, ਬੋਡੀ ਪੈਰਾਗ੍ਰਾਫਸ ਨੂੰ ਕਿਵੇਂ ਲਿਖਿਆ ਜਾਂਦਾ ਪ੍ਰੋਸੈਸ ਦੇ ਨੂੰ, ਤਾਂ ਕਿ ਤੁਹਾਨੂੰ ਇਨਫੋਰਮੇਸ਼ਨ ਪ੍ਰੋਪਰ ਮਿਲ ਸਕੇ। ਤਦੇ ਮੈਂ ਇਹ ਵੀਡੀਓ ਬਣਾਈ ਅੱਜ ਕਿ ਤੁਹਾਨੂੰ ਪਹਿਲਾਂ ਓਵਰਵਿਊ ਹੋ ਜਾਵੇ ਤੁਹਾਨੂੰ ਕਿ ਹਾਂ ਵੀ ਇੱਦਾਂ ਦਾ ਲੇਆਊਟ ਆਪਾਂ ਇੱਦਾਂ ਹੀ ਲਿਖਣਾ ਹੈ। ਉਸ ਤੋਂ ਬਾਅਦ ਤੁਸੀਂ ਕੀ ਆਪਣੇ ਪੈਰਾਗ੍ਰਾਫ ਨੂੰ ਡਿਜ਼ਾਈਨ ਕਰ ਸਕਦੇ ਆ। ਠੀਕ ਹੈ, ਆਪਾਂ ਨੇ ਕਿੰਨੇ ਵਰਡਸ ਕੀਤੇ ਅੱਜ 17 ਮੇ ਬੀ 17 ਵਰਡ ਸੀਗੇ। 12 ਮੈਂ ਇੱਧਰ ਲਿਖੇ ਸੀ, 5 ਇੱਧਰ ਸੀਗੇ, 17 ਵਰਡ ਸੀਗੇ। ਫਸਟ ਆਫ ਆਲ ਲਿਖ ਸਕਦੇ ਹਾਂ ਐਟ ਦ ਇਨੀਸ਼ੀਅਲ ਸਟੇਜ ਲਿਖ ਸਕਦੇ ਹਾਂ, ਫਿਰ ਇਨੀਸ਼ੀਅਲ ਪੁਆਇੰਟ ਲਿਖ ਸਕਦੇ ਹਾਂ, ਜਾਂ ਫਿਰ ਇਨ ਦਾ ਫਸਟ ਸਟੇਜ ਲਿਖ ਸਕਦੇ ਹਾਂ। ਇਹ ਆਪਾਂ ਸਟਾਰਟਿੰਗ ਕਰਨ ਦੇ ਲਈ ਯੂਜ਼ ਕਰ ਸਕਦੇ। ਫਿਰ ਉਸ ਤੋਂ ਬਾਅਦ ਦੈਨ ਹੋ ਗਿਆ, ਆਫਟਰ ਦੈਟ ਹੋ ਗਿਆ, ਆਫਟਰ ਦਿਸ ਹੋ ਗਿਆ, ਫੋਲੋਇੰਗ ਦਿਸ ਹੋ ਗਿਆ, ਫੋਲੋਇੰਗ ਦੈਟ ਹੋ ਗਿਆ, ਸੈਕਿੰਡਲੀ ਹੋ ਗਿਆ। ਇਹ ਸਾਰੇ ਕੀ ਹੈ ਸੈਕਿੰਡ ਪੈਰਾਗ੍ਰਾਫ ਨੂੰ, ਸੈਕਿੰਡ ਪੁਆਇੰਟ ਨੂੰ ਦੱਸਣ ਦੇ ਲਈ ਆਪਾਂ ਲਿਖ ਸਕਦੇ ਹਾਂ ਵੀ ਇਸ ਤੋਂ ਬਾਅਦ ਇਹ ਚੀਜ਼ ਹੁੰਦੀ ਹੈ। ਜਾਂ ਫਿਰ ਆਪਾਂ ਲਿਖ ਸਕਦੇ ਹਾਂ ਇਨ ਦਾ ਸੈਕਿੰਡ ਸਟੇਜ ਵੀ ਲਿਖ ਸਕਦੇ ਜੇ ਆਪਾਂ ਸਟੇजेस ਦੀ ਗੱਲ ਕਰ ਰਹੇ ਹਾਂ, ਫਸਟ ਸਟੇਜ, ਸੈਕਿੰਡ ਸਟੇਜ, ਫਸਟ ਸਟੈਪ, ਸੈਕਿੰਡ ਸਟੈਪ, ਇੱਦਾਂ ਆਪਾਂ ਦੱਸ ਸਕਦੇ ਹਾਂ। ਫਿਰ ਜੇ ਆਪਾਂ ਮਿਡਲ ਵਾਲੀ ਕੋਈ ਗੱਲ ਸਟਾਰਟ ਕਰਨੀ ਆ, ਜਿਵੇਂ ਕਈ ਪ੍ਰੋਸੈਸਸ ਦੇ ਵਿੱਚ ਹੁੰਦਾ ਕਿ ਲੋਰੀ ਟਰੱਕ ਕੀ ਹੈ ਫੈਕਟਰੀ ਦੇ ਵਿੱਚ ਚਲਾ ਗਿਆ, ਉੱਥੇ ਆਪਾਂ ਲਿਖ ਸਕਦੇ ਇਨ ਦਾ ਮਿਡਲ ਇਹ ਚੀਜ਼ ਹੁੰਦੀ ਹੈ। ਫਿਰ ਆਪਾਂ ਇਹਦੇ ਵਿੱਚ ਵੀ ਲਿਖ ਸਕਦੇ ਹਾਂ ਫੋਲੋਇੰਗ ਦਿਸ ਜਾਂ ਫੋਲੋਇੰਗ ਦੈਟ ਵਾਲਾ ਉੱਥੇ ਸਟਰਕਚਰ ਲਗਾ ਸਕਦੇ ਹਾਂ। ਫੋਲੋਇੰਗ ਦਿਸ ਇਹ ਵਾਲੀ ਹੁੰਦੀ ਹੈ ਪ੍ਰੋਸੈਸ। ਫਿਰ ਆਪਾਂ ਲਾਸਟ 'ਤੇ ਲਿਖ ਸਕਦੇ ਐਟ ਦੀ ਐਂਡ, ਜਾਂ ਫਿਰ ਕੀ ਇਨ ਦਾ ਲਾਸਟ ਸਟੇਜ। ਜੇ ਆਪਾਂ ਸਟੇजेस ਵਾਲੀ ਗੱਲ ਕੀਤੀ ਹੋਈ ਹੈ ਤਾਂ ਆਪਾਂ ਇਨ ਦਾ ਲਾਸਟ ਸਟੇਜ ਲਿਖੂਗੇ। ਜਾਂ ਫਿਰ ਕੀ ਆਪਾਂ ਲਿਖ ਸਕਦੇ ਇਨ ਦਾ ਲਾਸਟ, ਐਟ ਦ ਟਰਮੀਨੇਸ਼ਨ ਪੁਆਇੰਟ, ਲਾਸਟਲੀ, ਇਨ ਲਾਸਟ। ਠੀਕ ਹੈ, ਇਹ ਵਾਲੇ ਸਾਰੇ ਪੁਆਇੰਟਸ ਆਪਾਂ ਲਿਖ ਸਕਦੇ। ਇਹ ਜਸਟ ਸੀਗਾ ਵੀ ਆਪਾਂ ਸੀਕੁਐਂਸਿੰਗ ਕਿਵੇਂ ਕਰਦੇ ਹਾਂ, ਵੀ 12 ਵਰਡਸ ਯੂਜ਼ ਕਰ ਸਕਦੇ ਸੀਕੁਐਂਸਿੰਗ ਕਰਨ ਦੇ ਲਈ, 12 ਫਰੇਜ਼ਿਸ ਅਲੱਗ-ਅਲੱਗ ਸੀਕੁਐਂਸਿੰਗ ਕਰਨ ਦੇ ਲਈ ਯੂਜ਼ ਕਰ ਸਕਦੇ। ਅਤੇ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫਿਟ ਹੋਣਗੇ। ਅਤੇ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਪਲੀਜ਼ ਲਾਈਕ ਕਰ ਦਿਓ, ਨਾਲ ਦੀ ਨਾਲ ਸ਼ੇਅਰ ਕਰ ਦਿਓ ਆਪਣੇ ਫਰੈਂਡਸ ਦੇ ਨਾਲ ਜਿਹੜੇ ਕਿ ਆਇਲਸ ਦੀ ਤਿਆਰੀ ਕਰ ਰਹੇ ਆ, ਤਾਂ ਕਿ ਉਹਨਾਂ ਨੂੰ ਵੀ ਬੈਨੀਫਿਟ ਹੋ ਸਕੇ ਇਸ ਤੋਂ। ਅਤੇ ਜੇ ਤੁਸੀਂ ਮੇਰੀਆਂ ਪ੍ਰੀਵੀਅਸ ਵੀਡੀਓਜ਼ ਦੇਖਣੀਆਂ ਹੈ ਇੰਟਰੋਡਕਸ਼ਨ 'ਤੇ ਓਵਰਆਲ ਦੀਆਂ, ਤਾਂ ਮੈਂ ਇਸ ਵੀਡੀਓ ਦੇ ਨੀਚੇ ਲਿੰਕ ਦੇ ਦੂੰਗੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ। ਜੇ ਤੁਸੀਂ ਉੱਦਾਂ ਮੇਰੀਆਂ ਪ੍ਰੀਵੀਅਸ ਵੀਡੀਓਜ਼ ਦੇਖਣੀਆਂ, ਪਲੇਲਿਸਟ ਹੈਗੀ ਆ ਮੇਰੇ ਚੈਨਲ 'ਤੇ, ਉੱਥੇ ਤੁਸੀਂ ਜਾ ਕੇ ਸਪੈਸੀਫਿਕ ਟੌਪਿਕ ਦੇ ਰਿਲੇਟਡ ਸਪੈਸੀਫਿਕ ਵੀਡੀਓਜ਼ ਦੇਖ ਸਕਦੇ ਹੋ, ਜਿਵੇਂ ਕਿ ਗ੍ਰਾਮਰ ਦੇ ਰਿਲੇਟਡ, ਰੀਡਿੰਗ ਦੇ ਰਿਲੇਟਡ, ਲਿਸਨਿੰਗ ਦੇ ਰਿਲੇਟਡ, ਰਾਈਟਿੰਗ ਟਾਸਕ 1 ਦੇ ਰਿਲੇਟਡ, ਸਪੀਕਿੰਗ ਦੇ ਰਿਲੇਟਡ, ਆਇਲਸ ਦਾ ਫਾਰਮੈਟ ਕਿਵੇਂ ਦਾ ਹੁੰਦਾ, ਆਇਲਸ ਦੇ ਰਿਗਾਰਡਿੰਗ ਕੋਈ ਕੁਐਸਚਨਸ ਹੁੰਦੇ ਉਹਦੇ ਰਿਲੇਟਡ। ਇਹ ਸਾਰੀਆਂ ਵੀਡੀਓਜ਼ ਦਿੱਤੀਆਂ ਹੋਈਆਂ ਆ, ਉਹਦੇ ਤੋਂ ਤੁਸੀਂ ਜਾ ਕੇ ਉੱਥੇ ਦੇਖ ਸਕਦੇ ਹੋ ਅਤੇ ਆਪਣੀ ਨੌਲੇਜ ਨੂੰ ਇਨਹਾਂਸ ਕਰ ਸਕਦੇ ਹੋ। ਜੇ ਅਜੇ ਤੱਕ ਤੁਸੀਂ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਤਾਂ ਇਹਨੂੰ ਸਬਸਕ੍ਰਾਈਬ ਕਰ ਲਿਓ, ਨਾਲ ਦੀ ਨਾਲ ਬੈਲ ਆਈਕਨ ਨੂੰ ਪ੍ਰੈਸ ਕਰ ਦਿਓ, ਤਾਂ ਕਿ ਮੈਂ ਜਦੋਂ ਵੀ ਕੋਈ ਨਵੀਂ ਵੀਡੀਓ ਅਪਲੋਡ ਕਰਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਵੇ, ਤੁਸੀਂ ਫਸਟ ਪਰਸਨ ਹੋ ਉਹਨੂੰ ਦੇਖਣ ਵਾਲੇ, ਤਾਂ ਕਿ ਤੁਹਾਡਾ ਕਿਸੇ ਹੋਰ ਵੀਡੀਓ ਨੂੰ ਦੇਖਣ ਦੇ ਵਿੱਚ ਜਾਂ ਵੀਡੀਓਜ਼ ਫਾਈਂਡ ਆਊਟ ਕਰਨ ਦੇ ਵਿੱਚ ਟਾਈਮ ਵੇਸਟ ਨਾ ਹੋਵੇ, ਕਿਉਂਕਿ ਟਾਈਮ ਇਜ਼ ਮੋਸਟ ਇੰਪੋਰਟੈਂਟ ਇਨ ਦੀਜ਼ ਡੇਜ਼। ਬਹੁਤ ਜ਼ਿਆਦਾ ਇੰਪੋਰਟੈਂਟ ਹੈ ਟਾਈਮ। ਆਪਾਂ ਨੂੰ ਕਿ ਟਾਈਮ ਵੇਸਟ ਨਹੀਂ ਕਰਨਾ ਹੁੰਦਾ, ਕੋਈ ਵੀ ਨਹੀਂ ਚਾਹੁੰਦਾ ਕਿ ਮੈਂ ਆਪਣਾ ਟਾਈਮ ਵੇਸਟ ਕਰਾਂ। ਇਸ ਲਈ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ, ਤਾਂ ਕਿ ਜਦੋਂ ਵੀ ਮੈਂ ਕੋਈ ਨਵੀਂ ਵੀਡੀਓ ਅਪਲੋਡ ਕਰਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਜੇ ਅਤੇ ਨਾਲ ਦੀ ਨਾਲ ਤੁਸੀਂ ਦੇਖ ਸਕੋ। ਥੈਂਕਸ ਫॉर गिविंग मी योर प्रीशियस टाइम एंड हैव अ नाइस डे गाइस।